ਕਾਦੀਆ ਵਿੱਚ ਚੱਲ ਰਹੇ ਮੁਸਲਿਮ ਜਮਾਤ ਅਹਿਮਦੀਆ ਦੇ 127ਵੇਂ ਜਲਸਾ ਸਾਲਾਨਾ ਦੇ ਦੂਜੇ ਦਿਨ ਸਰਵ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਅਤੇ ਜਮਾਤ ਅਹਿਮਦੀਆ ਦੇ ਸਾਲਾਨਾ ਜਲਸਾ ਦੀ ਵਧਾਈ ਦਿੱਤੀ। ਕਾਦੀਆ ਤੋਂ ਪੱਤਰਕਾਰ ਸੰਦੀਪ ਸਿੰਘ ਬੱਬਲੂ ਦੀ ਵਿਸ਼ੇਸ਼ ਰਿਪੋਰਟ। जलसा हो रहा असी जेडे साडे अहमदी वीर बाहरों कंट्री च आए ने बाहरली कंट्री आए ने जां सूबे तो आए ने असी उन्होंने जी है कहने तो कोशिश करांगे भी उन्होंने खातरबाजी कोई कसर ना रह जाए। तो अहमदिया जमात का जो संदेश है तो हर एक ना भाईचारा नफरत किसी नाल नहीं, वो संदेश जिहड़ा घर घर पहुँचना चाहिए। करोना नूं लैके जिहड़ी सियासत हो रही है जी फिर दोबारा उहदे बारे की कहना चाहते? देखो प्रताप होरी कह गए ने सियासत किसी गल भी नहीं होनी चाहिए। जो करोना वधेगा तो सब नूं दिस पैना वा, उहदे मुताबिक हर अपनी जान का ध्यान रखना। सो गलत तरीके नाल सारा कुछ डकना नहीं चाहिए। थैंक यू सर। नैशनल कांग्रेस वालों साथी रजिंदर सिंह बाजवा साडे सीनियर साथी ਜਿਹੜੇ ਕਾਦੀਆਂ ਨੂੰ ਪਹਿਲੇ ਰਿਪਰੈਜ਼ੈਂਟ ਕਰਦੇ ਰਹੇ ਨੇ, ਹੁਣ ਫਤਿਹਗੜ੍ਹ ਚੂੜੀਆਂ ਕਰਦੇ ਨੇ, ਤੇ ਦਾਸ ਤੁਹਾਡਾ ਪ੍ਰਤਾਪ ਸਿੰਘ ਬਾਜਵਾ, ਅਸੀਂ ਇਕੱਠੇ 127ਵੇਂ ਸਾਲਾਨਾ ਜਲਸਾ ਜਿਹੜਾ ਜਮਾਤ ਦਾ, ਉਹਦੇ ਵਿੱਚ ਜਿੰਨੇ ਵੀ ਹਿੰਦੁਸਤਾਨ ਤੋਂ ਜਾਂ ਹਿੰਦੁਸਤਾਨ ਤੋਂ ਬਾਹਰੋਂ 30-35 ਦੇਸ਼ਾਂ ਤੋਂ ਸਾਡੇ ਸਾਥੀ ਆਏ ਨੇ, ਆਪਣੇ ਪਰਿਵਾਰਾਂ ਨਾਲ ਆਏ, ਸਾਰਿਆਂ ਨੂੰ ਪਹਿਲੇ ਅਸੀਂ ਸਾਰਿਆਂ ਨੂੰ ਵੈਲਕਮ ਕਰਨਾ। ਦੂਸਰੀ ਗੱਲ ਸਾਡੇ ਸਾਰਿਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ, ਅਸੀਂ ਵੀ ਇੱਥੋਂ ਦੇ ਜੰਮ ਪਲ। ਇਹ ਜਮਾਤ ਤਕਰੀਬਨ 134 ਸਾਲ ਪਹਿਲੇ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ ਇੱਥੋਂ ਸ਼ੁਰੂ ਕੀਤੀ ਸੀ। ਅੱਜ ਸਾਰੀ ਦੁਨੀਆ ਦੇ ਵਿੱਚ 200 ਦੇਸ਼ ਤੋਂ ਵੱਧ ਇਹਨਾਂ ਦੇ ਆਪਣੇ ਉੱਥੇ ਸਾਰੀ ਜਗ੍ਹਾ 'ਤੇ ਆਪਣੇ ਇਹਨਾਂ ਦੇ ਦਫ਼ਤਰ ਬਣੇ ਨੇ, ਇਹ ਓਪਰੇਟ ਕਰਦੇ ਨੇ। ਸੁਸਾਇਟੀ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਨਾਂ ਹੈ, ਪੋਲੀਟੀਕਲੀ ਵੀ ਸੋਸ਼ਲੀ ਵੀ। ਇਹਨਾਂ ਨੇ ਜਿਸ ਦੇਸ਼ 'ਚ ਬੈਠੇ ਨੇ ਉੱਥੋਂ ਦੇ ਬੜੇ ਪੀਸਫੁਲ ਸਿਟੀਜ਼ਨ, ਇਹਨਾਂ ਨੇ ਆਪਣਾ ਬਹੁਤ ਵਧੀਆ ਨਾਂ ਉਹਨਾਂ ਦੇਸ਼ਾਂ 'ਚ ਬਣਾਇਆ। ਇਹਨਾਂ ਦੇ ਵਿੱਚ ਬਹੁਤ ਅਹਿਮ ਪਰਸਨੈਲਿਟੀਜ਼ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਮੈਂ ਸਾਡੇ ਕਾਦੀਆਂ ਨਾਲ ਜੁੜੇ ਹੋਏ ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ, ਉਹਨਾਂ ਦਾ ਨਾਂ ਲੈਣ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲੇ ਹਿੰਦੁਸਤਾਨ ਦੇ ਸੁਪਰੀਮ ਕੋਰਟ ਦੇ ਜੱਜ ਸੀ। ਜਦੋਂ ਪਹਿਲੀ ਵਾਇਸਰੋਏ ਦੀ ਆਪਣੀ ਇੱਕ ਕੈਬਨਿਟ ਬਣੀ ਹੈ 1936 ਦੇ ਵਿੱਚ, ਉਹਦੇ ਵਿੱਚ ਉਹ ਪਹਿਲੇ ਰੇਲਵੇ ਮਿਨਿਸਟਰ ਇੰਡੀਆ ਦੇ ਬਣੇ। ਅਤੇ ਜਿਹੜੀ ਬਟਾਲੇ ਤੋਂ ਕਾਦੀਆਂ ਦੀ ਰੇਲ ਲਿੰਕ ਹੈ, ਇਹ 1928 ਦੇ ਵਿੱਚ ਉਹਨਾਂ ਦੇ ਹੀ ਐਫਰਟਸ ਨਾਲ ਆਈ ਸੀ। 1929 ਦੇ ਵਿੱਚ ਕਾਦੀਆਂ ਟੂ ਬਿਆਸ ਰੇਲਵੇ ਲਿੰਕ ਵੀ ਮਨਜ਼ੂਰ ਹੋ ਗਿਆ ਸੀ, ਬਟ ਕਿਉਂਕਿ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੋ ਗਈ ਸੀ, ਤਾਂ ਉਸ ਗੱਲ ਕਾਰਨ ਅੰਗਰੇਜ਼ਾਂ ਨੇ ਬਹੁਤ ਸਾਰੇ ਹਿੰਦੁਸਤਾਨ 'ਚੋਂ ਹੀ ਪ੍ਰੋਜੈਕਟਾਂ ਦਾ ਪੈਸਾ ਚੁੱਕ ਕੇ ਯੂਰਪ 'ਚ ਲੈ ਗਏ ਸੀ। ਇਟ ਹੈਜ਼ ਨਾਟ ਸੀਨ ਦੀ ਲਾਈਟ ਆਫ ਦੀ ਡੇ। ਉਹ ਸਾਰਾ ਜਦੋਂ ਦਾਸ ਤੁਹਾਡਾ ਮੈਂਬਰ ਆਫ ਪਾਰਲੀਮੈਂਟ ਬਣ ਕੇ ਗਿਆ, ਬੜਾ ਐਫਰਟ ਲੱਗਾ। ਪਵਨ ਕੁਮਾਰ ਬਾਂਸਲ ਜੀ ਦੇ ਟਾਈਮ 'ਤੇ ਮੈਂ ਮਨਜ਼ੂਰ ਕਰਾ ਲਿਆਂਦਾ ਸੀ, ਬਟ ਸਮਹਾਓ ਫॉर ਸਮ ਪੋਲੀਟੀਕਲ ਰੀਜ਼ਨਸ ਮੌਜੂਦਾ ਸਰਕਾਰਾਂ ਨੇ ਉਸ ਨੂੰ ਕਾਦੀਆਂ ਨੂੰ ਬਿਆਸ ਤੱਕ ਲਿੰਕ ਕਰਨ ਵਾਸਤੇ ਇਹ ਆਪਣੀ ਇੱਕ ਬਹਾਨਾ ਲਗਾ ਦਿੱਤਾ ਕਿ ਸਾਡੇ ਕੋਲ ਅਜੇ ਪੈਸਿਆਂ ਦੀ ਅਵੇਲੇਬਿਲਿਟੀ ਹੈ ਨਹੀਂ, ਪੈਸਿਆਂ ਦੀ ਕੋਈ ਕਮੀ ਹੈ ਨਹੀਂ ਸੈਂਟਰ ਦੀਆਂ ਸਰਕਾਰਾਂ ਕੋ। ਬਟ ਸਮਹਾਓ ਕਿਉਂਕਿ ਕਾਂਗਰਸ ਇਜ਼ ਨਾਟ ਇਨ ਪਾਵਰ, ਜਿਹੜੇ ਇੰਪੋਰਟੈਂਟ ਪ੍ਰੋਜੈਕਟਸ ਇਹਨਾਂ ਨੂੰ ਆਪਣੇ ਸੂਬਿਆਂ ਵਾਸਤੇ ਚਾਹੀਦੇ ਸੀ, ਉੱਥੇ ਇਹਨਾਂ ਨੇ ਪ੍ਰੋਜੈਕਟ ਲੈ ਗਏ ਨੇ। ਪੰਜਾਬ ਨਾਲ ਤਾਲੁਕ ਰੱਖਣ ਵਾਲੇ ਬਹੁਤ ਸਾਰੇ ਇੰਪੋਰਟੈਂਟ, ਕਿਉਂਕਿ ਇਹ ਜਿਹੜਾ ਕਾਦੀਆਂ ਬਿਆਸ ਹੈ, ਇਹ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ, ਇਹ ਬਹੁਤ ਇੰਪੋਰਟੈਂਟ ਹੈ ਇਨ ਟਾਈਮਸ ਆਫ ਵਾਰ। ਇਹ ਇੱਕ ਸਾਰਿਆਂ ਨੂੰ ਇੰਪੋਰਟੈਂਟ ਸੈਕੰਡ ਲਿੰਕ ਹੋਏਗਾ, ਬਟ ਸਮਹਾਓ ਅਜੇ ਤੱਕ ਇਹ ਨੇਪਰੇ ਨਹੀਂ ਚੜ੍ਹਿਆ। ਗੁਰੂ ਮਹਾਰਾਜ ਸਾਹਿਬ ਮਿਹਰ ਕਰਨ, ਅੱਲਾਹ ਤਾਲਾ ਮਿਹਰ ਕਰਨ, ਕੋਈ ਦਿਨ ਇਹੋ ਜਾਏਗਾ ਕਿ ਇਹ ਰੇਲਵੇ ਲਿੰਕ ਵੀ ਅਸੀਂ ਜ਼ਰੂਰ ਬਣਾਵਾਂਗੇ। ਬਾਜਵਾ ਜੀ ਫਿਰ ਕਰੋਨਾ ਆ ਜਾਂਦਾ ਜੀ, ਹੁਣ ਫਿਰ ਕਰੋਨਾ ਹੋ ਰਿਹਾ, ਕੀ ਕਹਿਣਾ ਚਾਹੁੰਦੇ? ਮੇਰੀ ਇੱਕ ਬੇਨਤੀ ਸੁਣ ਲਓ, ਮੈਂ ਇਹਨੂੰ ਪੋਲੀਟੀਕਲਾਈਜ਼ ਨਹੀਂ ਕਰਨਾ ਚਾਹੁੰਦਾ। ਚਾਈਨਾ ਦੇ ਵਿੱਚ ਇਹ ਜ਼ਰੂਰ ਵਧਿਆ ਹੈ। ਹਿੰਦੁਸਤਾਨ ਦੇ ਅੱਜ ਜਿਹੜੇ ਟੌਪ ਡਾਕਟਰਸ ਨੇ, ਟੌਪ ਸਾਇੰਟਿਸਟ ਨੇ, ਉਹਨਾਂ ਵਿੱਚ ਮਿਸਿਸ ਕਾਂਗ ਜਿਹੜੇ ਓਵਰਲੁੱਕ ਕਰ ਰਹੇ ਹਿੰਦੁਸਤਾਨ, ਉਹਨਾਂ ਨੇ ਵੀ ਗੱਲ ਕਹੀ ਹੈ ਵੇਰੀਐਂਟ ਹਿੰਦੁਸਤਾਨ 'ਚ ਅਜੇ ਚੱਲਿਆ ਨਹੀਂ। ਬਟ ਮੈਂ ਸਮਝਦਾ ਕਿ ਭਾਰਤ ਜੋੜੋ ਜਿਹੜਾ ਬਹੁਤ ਵੱਡਾ, ਜਿਸ ਨੂੰ ਇੱਕ ਸਾਰੇ ਦੇਸ਼ ਨੂੰ ਜੋੜਨ ਦਾ ਇੱਕ
ਪੋਲੀਟੀਕਲ ਤੌਰ ਉੱਤੇ, ਸਿਆਸੀ ਤੌਰ ਉੱਤੇ ਪੰਜਾਬ ਸਾਰੇ ਹਿੰਦੁਸਤਾਨ 'ਚ ਇਹ ਆਪਸੀ ਭਾਈਚਾਰੇ ਦਾ ਜਿਹੜਾ ਇੱਕ ਮੈਸੇਜ ਹੈ ਰਾਹੁਲ ਗਾਂਧੀ ਜੀ ਦਾ, ਉਹਨੂੰ ਜਿਹੜਾ ਬਹੁਤ ਵੱਡਾ ਹੁੰਗਾਰਾ ਹਰਿਆਣੇ ਵਿੱਚ, ਦਿੱਲੀ ਵਿੱਚ ਤੇ ਪੰਜਾਬ ਵਿੱਚ ਤੇ ਜੰਮੂ ਕਸ਼ਮੀਰ 'ਚ ਮਿਲਣ ਦਾ, ਇੱਕ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦਾ ਇਹ ਉਸ ਚੀਜ਼ ਨੂੰ ਇਹ ਰੋਕਣਾ ਚਾਹੁੰਦੇ ਨੇ। ਇਹ ਇੱਕ ਮੈਂ ਸਮਝਦਾ ਕਿ ਪੋਲੀਟੀਕਲੀ ਇਹ ਪਲੋਏ ਕੀਤਾ ਗਿਆ। ਮੇਰੀ ਵੀ ਗੁਜ਼ਾਰਿਸ਼ ਉਹਨਾਂ ਨੂੰ ਹੋਏਗੀ ਕਿ ਅਸੀਂ ਹਰ ਜਿਹੜੀ ਗਵਰਨਮੈਂਟ ਦੀ ਰਿਸਟ੍ਰਿਕਸ਼ਨ ਹੈ ਜਾਂ ਕੋਈ ਗਾਈਡਲਾਈਨਸ ਹੈ ਉਹਨੂੰ ਅਸੀਂ ਅਡਰ ਕਰਾਂ। ਜੇ NT-PCR ਚਾਹੀਦਾ ਜਾਂ ਕਿਸੇ ਨੂੰ ਟੀਕਾ ਲੱਗਣ ਦੀ ਲੋੜ ਹੈ ਜਾਂ ਮਾਸਕ ਲੱਗਣ ਦੀ ਰੋਕ ਹੈ, ਉਹ ਅਸੀਂ ਪੂਰੀਆਂ ਕਰਾਂਗੇ। ਨਾ ਵੀ ਗਵਰਨਮੈਂਟ ਨੂੰ ਦੇਵਾਂਗੇ, ਇੰਜੈਕਟ ਵੀ ਸਾਰਿਆਂ ਨੂੰ ਕਰਾਵਾਂਗੇ, ਬਟ ਕਿਰਪਾ ਕਰਕੇ ਇਸ ਦੇ ਵਿੱਚ ਬੰਦਿਸ਼ ਨਾ ਬਣ। ਇਹ ਸਾਰੀ ਜਿਹੜੀ ਹੈ ਯਾਤਰਾ ਜਿਹੜੀ ਦੇਸ਼ ਨੂੰ ਇਕੱਠੇ ਕਰਨ ਦੀ, ਉਹਨੂੰ ਪੀਸਫੁਲੀ 26 ਜਨਵਰੀ ਨੂੰ ਲਾਲ ਚੌਂਕ ਤੱਕ ਪਹੁੰਚਣ ਦੇਣ। ਇਹ ਮੇਰਾ ਸੰਦੇਸ਼ ਸੈਂਟਰਲ ਗਵਰਨਮੈਂਟ ਨੂੰ ਹੈ ਕਿ ਇਹਦੇ ਵਿੱਚ ਵਾਧਾ ਨਾ ਬਣੇ। ਵੇਖੋ ਗੱਲ ਇਸ ਤਰ੍ਹਾਂ, ਪੰਜਾਬ ਸਰਕਾਰ ਤੇ ਅਸੀਂ ਪਹਿਲੀ ਤੁਹਾਨੂੰ ਕਹਿੰਦੇ ਸੀ ਇਹ ਤੇ ਬਹਿਰੂਪੀ ਹੈ, ਇਹ ਕੋਈ ਪੋਲੀਟੀਕਲ ਲੀਡਰ ਹੈ ਨਹੀਂ, ਨਾ ਇਹਨਾਂ ਨੂੰ ਕੋਈ ਤਜਰਬਾ ਹੀ ਹੈ। ਗੈਰ ਤਜਰਬੇਕਾਰ ਪਾਰਟੀ ਨੂੰ ਲਿਆ ਕੇ, ਗੈਰ ਤਜਰਬੇਕਾਰ ਮੁੱਖ ਮੰਤਰੀ ਨੂੰ ਲਿਆ ਕੇ, ਗੈਰ ਤਜਰਬੇਕਾਰ ਮੰਤਰੀਆਂ ਨੂੰ ਲਿਆ ਕੇ ਆਪਾਂ ਵੇਖ ਕੇ ਲਿਆਓ ਕੀ ਰਿਹਾ। ਇਹਨਾਂ ਦੀ ਇਹ ਕੋਸ਼ਿਸ਼ ਇਹ ਸਮਝਦੇ ਨੇ ਕਿ ਜਿਹੜੇ ਐਡਸ ਅਸੀਂ ਦੇਈਆਂ ਨੇ ਅਖਬਾਰਾਂ 'ਚ ਜਾਂ ਟੈਲੀਵਿਜ਼ਨ, ਇਹਦੇ ਜ਼ਰੀਏ ਅਸੀਂ ਸ਼ਾਇਦ ਮੀਡੀਆ ਨੂੰ ਬਾਈ ਆਊਟ ਕਰ ਲਿਆ ਕਿ ਖਰੀਦ ਹੀ ਲਿਆ, ਉਹਨਾਂ ਦੀ ਕੌਨਸ਼ੀਅਸ ਹੀ ਖਰੀਦ ਲਈ ਹੈ। ਜਿਹੜਾ ਅਸੀਂ ਪਹਿਲੇ ਵੀ ਕਹਿੰਦੇ ਸੀ ਤੇ ਮੀਡੀਆ ਨੇ ਭੁਲੇਖਾ ਕੱਢ ਦਿੱਤਾ ਕਿ ਅਸੀਂ ਵਿਕਾਊ ਨਹੀਂ ਹੈ। ਠੀਕ ਹੈ, ਐਡਸ ਦੀ ਸਾਰਿਆਂ ਨੂੰ ਲੋੜ ਹੈ, ਪਰ ਜੇ ਤੁਸੀਂ ਸਮਝੋ ਕਿ ਸਾਡੀ ਜ਼ੁਬਾਨ ਤੇ ਸਾਡੇ ਪੈਨ ਦੇ ਉੱਤੇ ਤੁਸੀਂ ਕੰਟਰੋਲ ਕਰ ਲਓਗੇ, ਜੋ ਗਰਾਊਂਡ ਰਿਐਲਿਟੀਜ਼ ਨੇ ਪੰਜਾਬ ਦੀਆਂ ਉਹ ਤੇ ਅਸੀਂ ਰਿਪੋਰਟ ਕਰਾਂਗੇ। ਅਸੀਂ ਆਪਣੇ ਵੱਲੋਂ ਦੋਨਾਂ ਵੱਲੋਂ ਇਹਨੂੰ ਕੰਡੈਮ ਕਰਨੇ। ਇਹ ਜਿਹੜੀ ਸੋਚ ਹੈ ਬੜੀ ਡਰਕੋਨੀਅਨ ਸੋਚ, ਇਸ ਦੇ ਨਾਲ ਹੁਣ ਤੁਸੀਂ ਵੇਖਿਆ ਜਿਹੜੀ ਅਖਬਾਰਾਂ ਥੋੜ੍ਹਾ ਮੋਟਾ ਇਹਨਾਂ ਦਾ ਧਿਆਨ ਵੀ ਰੱਖਦੀਆਂ ਸੀ, ਉਹ ਵੀ ਸ਼ਰੇਆਮ ਹੋ ਕੇ ਹੁਣ ਉਹਨਾਂ ਨੇ ਪੰਜਾਬ ਦੀ ਅਸਲ ਰਿਪੋਰਟਿੰਗ ਸ਼ੁਰੂ ਕਰਤੀ। ਅਸੀਂ ਵੀ ਐਜ਼ ਓਪੋਜੀਸ਼ਨ ਦੇ ਵਿੱਚ ਬੈਠੇ ਹੋਏ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਸੀ ਸਰਕਾਰ ਦੀ ਗੱਲ ਵੀ ਕਰੋ ਤੇ ਕੁਝ ਲੋਕਾਂ ਦੀ ਗੱਲ ਵੀ ਲਿਖੋ, ਉਹ ਲਿਖਣੀ ਸ਼ੁਰੂ ਕਰ ਦਿੱਤੀ। ਸਰ ਖਾਸ ਕਰਕੇ ਤੁਸੀਂ ਉਹਨਾਂ ਨੂੰ ਛੱਡ ਲਓ, ਅਸੀਂ ਕੰਡੈਮ ਇਹੀ ਕਰਨੇ ਆ ਜਿਹੜੀਆਂ ਬਹੁਤ ਪੁਰਾਣੀਆਂ ਅਖਬਾਰਾਂ ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਲੜਦੀਆਂ ਰਹੀਆਂ ਨੇ। ਮੈਂ ਤੁਹਾਡੇ ਚੈਨਲਸ 'ਤੇ ਨਾਂ ਨਹੀਂ ਲੈਣਾ ਚਾਹੁੰਦਾ ਕਿਉਂ ਤੁਹਾਨੂੰ ਪਤਾ ਫਿਰ ਇੱਕ ਚੈਨਲ ਦੀ ਇੱਕ ਪੇਪਰ ਦੀ ਦੂਸਰੇ ਨਾਲ ਕਈ ਵਾਰ ਸੁਣ ਨਹੀਂ ਹੁੰਦੀ। ਸਾਰਿਆਂ ਨੂੰ ਇਹਨਾਂ ਨੇ ਹੁਣ ਜੇ ਵੇਖਿਆ ਜਾਏ ਤਾਂ ਬਹੁਤ ਵੱਡੇ ਲੈਵਲ ਦੇ ਉੱਤੇ ਅੱਜ ਅਮਨ ਅਰੋੜਾ ਜੀ ਨੂੰ ਅਕਸਰ ਆਪ ਕਹਿਣਾ ਪਿਆ ਕਿ ਅਸੀਂ ਜੋ ਕੁਝ ਕੀਤਾ ਗਲਤ ਕੀਤਾ। ਸੋ ਮੈਂ ਸਮਝਦਾ ਕਿ ਇਹਦੇ ਤੋਂ ਇਹਨਾਂ ਨੂੰ ਪਾਬੰਦ ਰਹਿਣਾ ਚਾਹੀਦਾ, ਇਹੋ ਜਿਹਾ ਕੰਮ ਨਹੀਂ ਕਰਨਾ। ਅਹਿਮਦੀਆ ਜਮਾਤ ਨੇ ਸਾਰੀ ਦੁਨੀਆ ਦੇ ਵਿੱਚ ਪਿਆਰ ਦਾ ਪੈਗਾਮ ਲਵ ਫॉर ਆਲ ਹੇਟਰਡ ਫॉर ਨਨ ਦਾ ਫੈਲਾਇਆ, ਔਰ ਖਾਸ ਕਰਕੇ ਇਹਨਾਂ ਦੇ ਜਿਹੜੇ ਪ੍ਰੈਜ਼ੈਂਟ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ, ਉਹਨਾਂ ਨੇ ਵਰਲਡ ਦੀ ਪਾਰਲੀਮੈਂਟਸ ਦੇ ਵਿੱਚ ਆ ਕੇ ਆਪਣੀਆਂ ਤਕਰੀਰਾਂ ਰਾਹੀਂ ਜਿਹੜੀ ਆ ਨਿਊਕਲੀਅਰ ਵਾਰਫੇਅਰ ਹੈ ਉਹਨੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਲਈ ਸਾਰਿਆਂ ਨੂੰ ਗੁਜ਼ਾਰਿਸ਼ ਕੀਤੀ ਹੈ। ਪਿਆਰ ਦਾ ਪੈਗਾਮ ਨਿਰਾ ਹਿੰਦੁਸਤਾਨੀ ਸਾਰੇ ਦੁਨੀਆ ਦੇ ਵਿੱਚ ਇਹਨਾਂ ਦਾ, ਇਸੇ ਕਰਕੇ ਅਹਿਮਦੀਆ ਜਮਾਤ ਨੂੰ ਇੱਕ ਖਾਸ ਜਗ੍ਹਾ ਸਾਰੀ ਦੇਸ਼ ਦੇ ਵਿੱਚ ਮਿਲਦੀ ਹੈ। ਤਾਂ ਇਹ ਪੈਗਾਮ ਸਾਨੂੰ ਸਾਰਿਆਂ ਨੂੰ ਜਿਹੜਾ ਪਿਆਰ ਦਾ ਪੈਗਾਮ ਹੈ ਇਹ ਧਰਮਾਂ ਦੇ ਵਿੱਚ ਔਰ ਖਾਸ ਕਰਕੇ ਜਿਹੜੇ ਕੰਟਰੀਜ਼ ਯੂਕਰੇਨ ਔਰ ਰਸ਼ੀਆ ਆਪਸ ਵਿੱਚ ਲੜ ਰਹੇ ਨੇ ਉਹਨਾਂ ਨੂੰ ਵੀ ਇਹ ਪੈਗਾਮ ਸਾਰਾ ਜਿਹੜਾ ਹੈਗਾ ਇਹ ਜਾਣਾ ਚਾਹੀਦਾ ਔਰ ਦੇਸ਼ ਦੇ ਵਿੱਚ ਪਿਆਰ ਮੁਹੱਬਤ ਰਹਿਣੀ ਚਾਹੀਦੀ ਹੈ। ਲੜਾਈ ਵਿੱਚ ਕੁਝ ਨਹੀਂ ਲੱਭਣਾ ਸਿਵਾਏ ਡਿਸਟਰਕਸ਼ਨ ਤੋਂ, ਲੜਾਈ ਵਿੱਚ ਕੁਝ ਨਹੀਂ ਰੱਖਿਆ। ਤਾਂ ਧਰਮਾਂ ਵਿੱਚ ਵੀ ਪਿਆਰ ਦੇ ਇੱਕ ਹੱਥ ਵਧਾਓਗੇ ਤੇ ਤੁਹਾਨੂੰ 100 ਹੱਥ ਤੁਹਾਨੂੰ ਅੱਗੇ ਮਿਲਣਗੇ। ਤਾਂ ਇਹ ਮੇਨ ਮੁੱਖ ਨਿਸ਼ਾਨਾ ਹੈ ਅਹਿਮਦੀਆ ਜਮਾਤ ਦਾ। ਤੇ ਉਸ ਮੈਂ ਸਮਝਦਾ ਮੈਂ ਖੁਸ਼ ਨਸੀਬ ਹਾਂ ਮੈਂ ਇਸ ਧਰਤੀ 'ਤੇ ਪੈਦਾ ਹੋਇਆ ਔਰ ਸਾਨੂੰ ਹਰ ਵਾਰ ਮੌਕਾ ਮਿਲਦਾ। ਸਾਡੀਆਂ 3 ਪੁਸ਼ਤਾਂ ਦਾ ਪਿਆਰ ਇਸ ਜਮਾਤ ਦੇ ਨਾਲ ਹੈ। ਇਹਦੇ ਵਿੱਚ ਖਾਸ ਕਰਕੇ ਮਿਰਜ਼ਾ ਵਸੀਮ ਅਹਿਮਦ ਸਾਹਿਬ ਉਹਨਾਂ ਦਾ ਮੈਂ ਨਾਂ ਲੈਣਾ ਜ਼ਰੂਰ ਚਾਹਾਂਗਾ ਕਿਉਂਕਿ ਸਾਡਾ ਪਰਿਵਾਰ ਦੀ ਜਿਹੜੀ ਉਹ ਕਹਿੰਦੇ ਸੀ ਨਾ ਬਣਾ, ਉਹਦੀ ਫਾਊਂਡੇਸ਼ਨ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਬਣੀ ਸੀ ਜਿੱਥੇ ਅਸੀਂ ਸਾਰੇ ਪਰਿਵਾਰ ਬੱਚੇ ਇੱਕ ਦੂਜੇ ਨਾਲ ਬਚਪਨ 'ਚ ਖੇਡਦੇ ਵੀ ਰਹੇ ਹਾਂ ਤੇ ਉਸੇ ਪੈਗਾਮ ਨੂੰ ਅੱਗੇ ਅਸੀਂ ਤੋਰਨ ਦੇ ਵਿੱਚ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ। ਥੈਂਕ ਯੂ ਸਰ। ਜਮਾਤ ਦਾ 127ਵਾਂ ਸਾਲਾਨਾ ਜਲਸਾ ਇੱਥੇ ਕਾਦੀਆਂ ਨਗਰ ਦੇ ਵਿੱਚ ਅਹਿਮਦੀਆ ਜਮਾਤ ਵੱਲੋਂ ਮਨਾਇਆ ਜਾ ਰਿਹਾ ਔਰ ਮੈਂ ਸਭ ਤੋਂ ਪਹਿਲਾਂ ਤੇ ਦੁਨੀਆ 'ਚ ਜਿੰਨੇ ਵੀ ਅਹਿਮਦੀਆ ਜਮਾਤ ਦੇ ਜਿੱਥੇ ਜਿੱਥੇ ਵੀ ਵਸਨੀਕ ਵਸਦੇ ਨੇ ਮੈਂ ਉਹਨਾਂ ਨੂੰ
ਅੱਜ ਇਸ ਦੇ ਜਲਸੇ ਦੀ ਵਧਾਈ ਦੇਣਾ ਚਾਹੁੰਦਾ। ਔਰ ਜਿਹੜਾ ਇਹਨਾਂ ਦਾ ਪੈਗਾਮ ਆ, ਲਵ ਫॉर ਆਲ ਹੇਟਰਡ ਫॉर ਨਨ, ਇਸ ਵੇਲੇ ਸਮੇਂ ਦੀ ਲੋੜ ਆ। ਕਿਉਂਕਿ ਮੈਂ ਸਪੀਚ ਵੀ ਕਿਹਾ ਕਿ ਜਿਸ ਤਰ੍ਹਾਂ ਰਸ਼ੀਆ ਤੇ ਯੂਕਰੇਨ ਦੀ 1 ਸਾਲ ਤੋਂ ਲੜਾਈ ਚੱਲ ਰਹੀ ਆ ਔਰ ਵਿਸ਼ਵ ਯੁੱਧ ਦੇ ਜਿਹੜੇ ਬੱਦਲ, ਕਾਲੇ ਬੱਦਲ ਆ, ਉਹ ਸਾਰੀ ਦੁਨੀਆ ਤੇ ਛਾਏ ਹੋਏ ਆ। ਇਹਨੂੰ ਰੋਕਣ ਦੇ ਲਈ ਜਿਹੜਾ ਸੰਦੇਸ਼ ਹਜੂਰ ਸਾਹਿਬ ਨੇ ਦਿੱਤਾ, ਉਹ ਯੂਰਪ ਦੀਆਂ ਪਾਰਲੀਮੈਂਟਸ 'ਚ, ਵੱਖ-ਵੱਖ ਦੇਸ਼ਾਂ ਦੀਆਂ ਪਾਰਲੀਮੈਂਟਸ 'ਚ ਜਾ ਕੇ ਜਿਹੜਾ ਸ਼ਾਂਤੀ ਦਾ ਸੰਦੇਸ਼ ਦੇ ਰਹੇ ਆ ਕਿ ਤੀਜਾ ਵਿਸ਼ਵ ਯੁੱਧ ਨੂੰ ਅਸੀਂ ਕਿੱਦਾਂ ਰੋਕ ਸਕਦੇ ਆ, ਉਹਦੇ ਤੇ ਬੜਾ ਪਹਿਰਾ ਦੇਣ ਦੀ ਸਾਨੂੰ ਦੁਨੀਆ ਦੀ ਜਿੰਨੀ ਪੋਲੀਟੀਕਲ ਲੀਡਰਸ਼ਿਪ ਆ ਉਹਦੇ ਤੇ ਲੋੜ ਆ। ਕਿਉਂਕਿ ਇਸ ਵੇਲੇ ਜਿਹੜੀ ਹੇਟਰੇਡ ਦੀ ਰਾਜਨੀਤੀ ਆ ਉਹਨੂੰ ਉਹਦੇ ਤੇ ਨਕੇਲ ਪਾਉਣੀ ਚਾਹੀਦੀ। ਔਰ ਇਸ ਤਰ੍ਹਾਂ ਦਾ ਜਿਹੜਾ ਪੈਗਾਮ ਆ, ਜਿਹੜਾ ਅਹਿਮਦੀਆ ਜਮਾਤ ਦਾ ਸ਼ਾਂਤੀ ਦਾ ਪੈਗਾਮ, ਸਾਰਿਆਂ ਨੂੰ ਪਿਆਰ ਕਰਨ ਦਾ ਪੈਗਾਮ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਪੈਗਾਮ, ਸਾਰਿਆਂ ਦੀ ਇਕੱਠੇ ਹੋ ਕੇ ਤਰੱਕੀ ਦਾ ਪੈਗਾਮ, ਇਹਦੀ ਜਿਹੜੀ ਖੁਸ਼ਬੂ ਆ, ਇਹ ਕਾਦੀਆਂ ਤੋਂ ਸਾਰੀ ਦੁਨੀਆ ਦੇ ਵਿੱਚ ਫੈਲਾਉਣ ਦੀ ਬੜੀ ਸਮੇਂ ਦੀ ਲੋੜ ਆ। ਅਹਿਮਦੀਆ ਜਮਾਤ ਨੇ ਤਾਂ ਸ਼ੁਰੂ ਕਰ ਦਿੱਤੀ, ਕਾਫੀ ਲੰਬੇ ਅਰਸੇ ਤੋਂ ਸ਼ੁਰੂ ਹੈ ਜੀ। ਬਾਕੀ ਜਮਾਤਾਂ ਕਦੋਂ ਕਰਨਗੀਆਂ? ਇਹ ਤਾਂ ਜੀ ਬਾਕੀ ਜਮਾਤਾਂ ਦੱਸ ਸਕਦੀਆਂ, ਸਾਰਿਆਂ ਨੂੰ ਕਰਨਾ ਚਾਹੀਦਾ। ਕਿਉਂਕਿ ਜਿੰਨੇ ਵੀ ਦੁਨੀਆ ਦੇ ਧਰਮ ਨੇ, ਮਜ਼ਹਬ ਨੇ, ਇਹ ਸਾਰਿਆਂ ਨੂੰ ਜੋੜਨਾ ਸਿਖਾਉਂਦੇ ਆ, ਤੋੜਨਾ ਨਹੀਂ ਸਿਖਾਉਂਦੇ। ਸੋ ਸਾਨੂੰ ਜੁੜ ਕੇ ਰਾਜਨੀਤੀ ਕਰਨੀ ਚਾਹੀਦੀ ਆ ਔਰ ਜੁੜ ਕੇ ਹੀ ਤਰੱਕੀ ਹੋ ਸਕਦੀ। ਥੈਂਕ ਯੂ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤ ਆਈ ਹੈ, ਬੜੀ ਵੱਡੀ ਗੱਲ ਹੈ ਕਿਉਂਕਿ ਇਹਨਾਂ ਦਾ ਪ੍ਰਤੀਕ ਹੈ ਮੁਹੱਬਤ ਸਾਰਿਆਂ ਨਾਲ, ਨਫ਼ਰਤ ਕਿਸੇ ਨਾਲ ਨਹੀਂ। ਇਹੋ ਸਾਡਾ ਵੀ ਪ੍ਰਤੀਕ ਹੈ। ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਇਹ ਸੋਚ ਰੱਖਦੇ ਨੇ, ਉਹ ਕਦੀ ਵੀ ਲੋਕ ਜਿਹੜੇ ਨੇ ਉਹ ਹਮੇਸ਼ਾ ਕਾਮਯਾਬ ਹੀ ਹੁੰਦੇ ਨੇ, ਨੀਵੇਂ ਨਹੀਂ ਹੁੰਦੇ। ਸੋ ਮੈਂ ਬਹੁਤ ਮੁਬਾਰਕਬਾद देना चाहूँगा। हमें जो जलसा हो रहा है अहमदिया जमात की तरफ से करवाया जा रहा है, तो मुझे इसमें शामिल होने का मौका मिला, बहुत सौभाग्य की बात है। और इसी जलसे के ज़रिए मैं जहाँ तक भी मेरी आवाज़ जाएगी, मैं वहाँ तक जो अहमदिया जमात का संदेश है, शांति का संदेश, मोहब्बत का संदेश, वो अपनी तरफ से भी देना चाहती हूँ। माइनॉरिटी के हिसाब से जो अहमदिया जमात की प्रॉब्लम्स हैं, क्या उनके बारे में कोई बात हुई? जैसे मेरे पास लोग आ रहे हैं माइनॉरिटी से लिंक्ड, तो उनकी समस्याएं सॉल्व करने की हम कोशिश कर रहे हैं। पहले तो मैं ये बता दूं कि हमारी सरकार बनते ही हमने कोशिश की है कि हेल्थ और एजुकेशन है जो, उसको पहल के आधार पे आगे लाना है। तो उसी का एक हिस्सा है जो कि गुरदासपुर और मलेरकोटला में जो माइनॉरिटी से ही लिंक्ड है, एक मेडिकल कॉलेज और एक एग्रीकल्चर कॉलेज बहुत जल्द ही खोला जा रहा है। उसकी जो पहली ग्रांट है हमने सेंटर से ले ली है और हमारी कोशिश है कि नेक्स्ट ईयर में ये प्लान शुरू हो जाए। मैम, एक महिला होने के देखिए, अगर मेरे ध्यान में, वैसे पहले इतनी बड़ी बात नहीं आई है, और अगर मेरे ध्यान में ये आया तो इस पर मैं कोशिश तो ज़रूर करूँगी, अपनी तरफ से शुरुआत करूँगी और देखती हूँ कि मैं कितनी सफल होती हूँ, लेकिन अपनी तरफ से मैं पूरी कोशिश करूँगी। जी, भी पहली बार यहाँ आई हूँ। जी, हाँ। इस सर्वधर्म सम्मेलन का जो अहमदिया जमात का जो मेन एम है, कैसा लगा आपको और क्या चाहिए कि पूरे पंजाब में या पूरे देश में ऐसा होना बिल्कुल, मुझे लगा कि ये जो मेन एम है ये पूरे हमारे भारत का ही एम होना चाहिए, क्योंकि हम भारत ही एक ऐसा देश है जहाँ पे सभी धर्म अलग हैं, भाषाएं अलग हैं। थोड़ी सी दूर जाएं तो हमारा कल्चर भी डिफरेंट हो जाता है। तो अगर ये एम, ये जो मैसेज है पूरे भारत के अंदर जाए, हमारी तरफ से भी जाए, सभी लोगों की तरफ से जाए, तो उससे बहुत ज़्यादा, सबसे पहले तो क्राइम ही बहुत ज़्यादा कम हो जाएगा और लोगों की सोच बदलेगी। और जिस बहुत सारे विषय ऐसे हैं जो धर्म को लेकर ही हम उस पर पॉलिटिक्स करते हैं, तो वो भी काफ़ी हद तक ख़त्म हो जाएगी। कहा जाए तो आम आदमी पार्टी और अहमदिया जमात दोनों का एम एक ही नहीं लग रहा? देखिए, हम तो शुरू से ये बात करते आए हैं, लेकिन अहमदिया जमात ने अपनी तरफ से ये शुरू किया हुआ है, अच्छा लगा, इसीलिए हमारी अटैचमेंट बढ़ रही है। थैंक यू सर।